ਅਸੀਂ ਜਿੱਥੇ ਅੱਜ ਆ ਕੇ ਖੜ ਗਏ ਆ, ਇਹ ਬਹੁਤ ਵੱਡੀ ਸਾਡੀ ਉਪਲਬਧੀ ਆ। ਸਾਨੂੰ ਪਤਾ ਸਾਨੂੰ ਵਾਇਲੈਂਸ ਵੱਲ ਸਰਕਾਰਾਂ ਧੱਕਦੀਆਂ, ਕਿਉਂਕਿ ਸਾਡੀ ਸੋਚ ਤੋਂ ਬਾਹਲੇ ਡਰਦੇ ਆ। ਇਹ ਹਥਿਆਰ ਤੋਂ ਨਹੀਂ ਡਰਦੇ, ਸੋਚ ਤੋਂ ਡਰਦੇ ਆ। ਹਥਿਆਰ ਤਾਂ ਇਹਨਾਂ ਲਈ ਦੱਬਣਾ ਬਹੁਤ ਸੌਖਾ, ਜਦੋਂ ਮਰਜੀ ਐਡਾ ਵੱਡਾ ਸਟੇਟ ਪੁਲਿਸ ਫੋਰਸ ਉਹਦਾ 2 ਮਿੰਟ ਚ ਦੱਬ ਦੇਣਗੇ, ਪਰ ਸੋਚ ਨੂੰ ਦੱਬਣਾ ਬੜਾ ਔਖਾ, ਤੇ ਸੋਚ ਤੋਂ ਡਰਦੇ ਆ ਇਹ। ਜੇ ਨੈਪੋਲੀਅਨ ਨਹੀਂ ਰਿਹਾ, ਹਿਟਲਰ ਨਹੀਂ ਰਿਹਾ, ਅਬਦਾਲੀ ਵਰਗਿਆਂ ਨੂੰ ਦੱਬ ਲਿਆ ਸੀ, ਮੋਦੀ ਕੀ ਚੀਜ਼ ਆ? ਸੋ ਸੰਗਤ ਜੀਓ, ਆਓ ਗੁਰੂ ਸਾਹਿਬ ਦੀ ਬਖਸ਼ੀ ਹੋਈ ਫਤਿਹ ਬੁਲਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੱਲ ਸਾਡੇ ਜਿਹੜੇ ਪ੍ਰਾਈਮ ਮਿਨਿਸਟਰ ਆ ਮਿਸਟਰ ਨਰਿੰਦਰ ਮੋਦੀ ਬਿਹਾਰ 'ਚ ਜਦੋਂ ਇਲੈਕਸ਼ਨ ਦੇ ਪ੍ਰਚਾਰ ਤੇ ਗਏ ਤੇ ਉਹਨਾਂ ਨੇ ਕਿਹਾ ਵੀ ਅਸੀਂ ਜਿਹੜੇ ਜਿਹੜੇ ਫੈਸਲੇ ਲੈਤੇ ਆ ਉਹ ਦੇਸ਼ ਹਿੱਤ 'ਚ, ਦੇਸ਼ ਭਗਤੀ ਨੂੰ ਸੋਚਦੇ ਹੋਏ ਲੈਤੇ ਗਏ ਆ, ਜਾਂ ਨੇਸ਼ਨ ਦੇ ਹਿੱਤ 'ਚ, ਇੱਕ ਨੈਸ਼ਨਲਿਜ਼ਮ ਦੇ ਨੂੰ ਸੋਚ ਕੇ ਲੈਤੇ ਗਏ ਆ। ਬਾਈ ਜੀ ਤੁਸੀਂ ਆਪਦੀ ਜਗ੍ਹਾ ਬਣਾ ਲਓ, ਪਿੱਛੇ ਸੰਗਤ ਬੈਠੀ ਆ ਤਾਂ ਥੋੜੀ ਜੀ ਜਗ੍ਹਾ ਬਣਾ ਲਓ ਪਲੀਜ਼, ਕਿਉਂਕਿ ਇੱਕ ਤਰੀਕਾ ਤੇ ਸਲੀਕਾ ਜਿਹੜਾ ਹੁੰਦਾ ਨਾ ਉਹ ਬਹੁਤ ਇੰਪੋਰਟੈਂਟ ਹੁੰਦਾ। ਪਹਿਲਾਂ ਇਹ ਗੱਲ ਨੂੰ ਸਮਝ ਲਈਏ ਆਪਾਂ, ਵਾਪਸ ਗੱਲ ਤੇ ਆਉਣੇ ਆ। ਉਹ ਕਹਿੰਦੇ ਦੇਸ਼ ਹਿੱਤ 'ਚ। ਹੁਣ ਜਦੋਂ ਸਾਨੂੰ ਸਕੂਲਾਂ ਕਾਲਜਾਂ 'ਚ ਪੜ੍ਹਾਇਆ ਜਾਂਦਾ ਦੇਸ਼ ਭਗਤੀ ਕੀ ਆ, ਨੇਸ਼ਨ ਕੀ ਆ, ਡੈਮੋਕ੍ਰੇਸੀ ਕੀ ਆ, ਫੈਡਰਲ ਸਟਰਕਚਰ ਕੀ ਆ, ਉਹਦੇ ਮਤਲਬ ਕੁਝ ਹੋਰ ਸੀ, ਤੇ ਜਦੋਂ ਸਮਾਜਿਕ ਵਰਤਾਰਿਆਂ 'ਚ ਅਸੀਂ ਉਹਦੇ ਮਤਲਬ ਦੇਖਦੇ ਆ ਤੇ ਇੱਥੇ ਕੁਝ ਹੋਰ ਹੁੰਦੇ ਆ। ਜਮਾਂ ਹੀ ਕੋਈ ਆਪਸ 'ਚ ਸੰਬੰਧ ਹੀ ਨਹੀਂ, ਜੋ ਪੜ੍ਹਿਆ ਤੇ ਜੋ ਅਸੀਂ ਦੇਖਿਆ। ਹੁਣ ਜਦੋਂ ਗੁਰੂ ਨਾਨਕ ਸਾਹਿਬ ਦੇ ਫਲਸਫੇ ਦੀ ਗੱਲ ਕਰਦੇ ਆ, ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਫਲਸਫੇ ਦੀ, ਉਸ ਤੇ ਆਉਣੇ ਆ ਆਪਾਂ। ਨੇਸ਼ਨ ਨੂੰ ਅੱਜ ਦੀਆਂ ਸਰਕਾਰਾਂ ਜਾਂ ਸਮੇਂ-ਸਮੇਂ ਦੀਆਂ ਸਰਕਾਰਾਂ ਡਿਸਕ੍ਰਾਈਬ ਕਰਦੀਆਂ ਵੀ ਇੱਕ ਭੂਗੋਲਿਕ ਖਿੱਤਾ ਤੇ ਉਹਦੀਆਂ ਹੱਦਾਂ ਦੇ ਅੰਦਰ ਜਿਹੜਾ ਦੇਸ਼ ਆ ਉਹ ਦੇਸ਼ ਆ ਤੇ ਇਹ ਪਵਿੱਤਰ ਆ ਤੇ ਇਹਦੀ ਦੇਸ਼ ਭਗਤੀ ਪਵਿੱਤਰਤਾ ਦਾ ਪ੍ਰਤੀਕ ਆ। ਪਰ ਜਦੋਂ ਗੁਰੂ ਨਾਨਕ ਸਾਹਿਬ ਨੇ ਗੱਲ ਕੀਤੀ ਆ, ਉਹਨਾਂ ਨੇ ਕਿਹਾ ਮਾਤਾ ਧਰਤ ਮਹੱਤ। ਉੱਥੇ ਕੋਈ ਹੱਦ ਤਾਂ ਨਹੀਂ ਖਿੱਚੀ ਵੀ ਇਹੀ ਧਰਤੀ ਪਵਿੱਤਰ ਆ, ਔਰ ਕਿਹਾ ਕਿਹਨੂੰ ਆ? ਮਨੁੱਖਾਂ ਨੂੰ। ਮਨੁੱਖ ਨੂੰ ਸੰਬੋਧਨ ਕੀਤਾ ਮਨਾਂ ਦੇ ਥਰੂ, ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ। ਹੁਣ ਜਦੋਂ ਧਰਤੀ ਦਾ, ਉੱਥੇ ਇਹ ਤਾਂ ਨਹੀਂ ਕਿਹਾ ਵੀ ਪੰਜਾਬ ਦੀ ਜਿਹੜੀ ਧਰਤੀ ਆ, ਪੰਜਾਬ ਦੀ ਧਰਤੀ ਨੂੰ ਹੀ ਮਾਤਾ ਕਹਿ ਕੇ ਮਹੱਤ ਕਹਿਤਾ, ਜਾਂ ਅਮਰੀਕਾ ਦੀ ਧਰਤੀ ਜਾਂ ਕੈਨੇਡਾ ਦੀ ਧਰਤੀ ਜਾਂ ਆਸਟ੍ਰੇਲੀਆ ਦੀ ਧਰਤੀ ਆ ਪਵਿੱਤਰ ਆ ਤੇ ਸਾਡੀ ਉਹ ਧਰਤੀ ਪਵਿੱਤਰ ਆ। ਸੋ ਇਸ ਗੱਲ ਤੋਂ ਇਹ ਗੱਲ ਤਾਂ ਸਾਨੂੰ ਪਤਾ ਲੱਗਦੀ ਆ ਵੀ ਗੁਰੂ ਨਾਨਕ ਸਾਹਿਬ ਇਹ ਕਹਿੰਦੇ ਸੀ ਵੀ ਜਿਹੜੇ ਪਵਿੱਤਰਤਾ ਦਾ ਸੰਬੰਧ ਆ ਉਹ ਲੋਕਾਂ ਨਾਲ ਆ। ਲੋਕ ਉਸ ਧਰਤੀ ਨੂੰ ਪਵਿੱਤਰ ਬਣਾਉਂਦੇ ਆ ਤੇ ਦੇਸ਼ ਲੋਕ ਹੁੰਦੇ ਆ। ਦੇਸ਼ ਕੋਈ ਭੂਗੋਲਿਕ ਖਿੱਤਾ ਨਹੀਂ ਹੁੰਦਾ, ਕਿਸੇ ਹੱਦਾਂ ਦੇ ਅੰਦਰ ਕੋਈ ਧਰਤੀ ਨੂੰ ਦੇਸ਼ ਤੇ ਉਹਦੇ ਪ੍ਰਤੀ ਅਸੀਂ ਦੇਸ਼ ਭਗਤੀ ਪੈਦਾ ਕਰ ਦਈਏ। ਤੇ ਜਿਹੜੀ ਗੱਲ ਅੱਜ ਮੋਦੀ ਸਰਕਾਰ ਕਰ ਰਹੀ ਆ, ਜਾਂ ਜੋ ਹਉਮੈ ਤੇ ਮੈਂ ਦਾ ਪ੍ਰਗਟਾਵਾ ਕਰ ਰਹੇ ਆ ਵੀ ਅਸੀਂ ਜਿਹੜੇ ਕਾਨੂੰਨ ਬਣਾਤੇ, ਅਸੀਂ ਜਿਹੜੇ ਸਟੈਪ ਲੈ ਲਏ ਉਹ ਤੋਂ ਪਿੱਛੇ ਨਹੀਂ ਹਟਾਂਗੇ ਦੇਸ਼ ਹਿੱਤ 'ਚ, ਉਹਨਾਂ ਨੂੰ ਇਹ ਗੱਲ ਸਮਝ ਹੀ ਨਹੀਂ ਆ ਰਹੀ ਵੀ ਜਿਹੜੇ ਲੋਕ ਆ ਉਹ ਤਾਂ ਸੜਕਾਂ ਤੇ ਆ, ਸਾਡੀਆਂ ਬੀਬੀਆਂ ਸਾਡੀਆਂ ਭੈਣਾਂ ਸੜਕਾਂ ਤੇ ਫਿਰਦੀਆਂ, ਤੇ ਅਸੀਂ ਦੇਸ਼ ਹਿੱਤ ਦੀ ਦੇਸ਼ ਭਗਤੀ ਦੀ ਗੱਲ ਕਰਦੇ ਹਾਂ। ਦੇਸ਼ ਹਿੱਤ ਤੇ ਦੇਸ਼ ਭਗਤੀ ਦੀ ਗੱਲ ਤਾਂ ਉਹ ਨਹੀਂ ਕਰ ਰਹੇ। ਦੇਸ਼ ਦਰੋਹੀ ਤਾਂ ਉਹਨਾਂ ਨੂੰ ਆਪਦੇ ਆਪ ਨੂੰ ਕਹਿਣਾ ਚਾਹੀਦਾ, ਕਿਉਂਕਿ ਲੋਕਾਂ ਨੂੰ ਦੇਸ਼ ਨਹੀਂ ਸਮਝਦੇ, ਉਹ ਤਾਂ ਧਰਤੀ ਦੇ ਇੱਕ ਟੁਕੜੇ ਨੂੰ ਦੇਸ਼ ਸਮਝੀ ਬੈਠੀ ਆ। ਹੁਣ ਅਗਲੀ ਜਿਹੜੀ ਬੜੀ ਇੰਪੋਰਟੈਂਟ ਗੱਲ ਆ ਸਾਡੇ ਲਈ ਸਮਝਣਾ ਵੀ ਅਸੀਂ ਇੱਥੇ ਬੈਠੇ ਕਿਉਂ ਆ। ਹੋ ਸਕਦਾ ਜੇ ਗੱਲ ਕੱਲੇ ਆ 3 ਕਾਨੂੰਨਾਂ ਦੀ ਹੁੰਦੀ ਮੈਂ ਤਾਂ ਨਹੀਂ ਆਉਂਦਾ ਸੀ, ਜੇ ਕੱਲੀ ਕਰਪਸ਼ਨ ਦੀ ਹੁੰਦੀ ਫੇਰ ਵੀ ਨਹੀਂ ਆਉਂਦਾ ਸੀ, ਜੇ ਕੱਲੀ ਨੌਕਰੀਆਂ ਦੀ ਗੱਲ ਹੁੰਦੀ ਹੋਰ ਸਾਡੇ ਆ ਸਾਰੇ ਬਾਈ ਨਹੀਂ ਆਉਂਦੇ ਸੀ। ਅਸੀਂ ਬੈਠੇ ਕਿਉਂ ਆ ਇੱਥੇ? ਕਿਉਂਕਿ ਅਸੀਂ ਲੜਾਈ ਆਪਦੀ ਹੋਂਦ ਦੀ ਲੜੀ ਜਾਂਦੇ ਆ। ਜਦੋਂ ਹੋਂਦ ਤੇ ਗੱਲ ਆ ਗਈ, ਇਕੱਲੀ ਕਾਨੂੰਨਾਂ 3 ਕਾਨੂੰਨ ਬਣਾਤੇ ਇਹਦੀ ਗੱਲ ਨਹੀਂ ਆ। ਗੱਲ ਇਹ ਆ ਜਿਹੜਾ ਪੰਜਾਬੀ ਆਪਦੇ ਆਪ ਨੂੰ ਕਹਿੰਦਾ, ਚਾਹੇ ਸਾਡੇ ਪੁਲਿਸ ਵਾਲੇ ਬਾਈ ਆ ਸਾਰੇ ਖੜੇ ਆ, ਕਿਉਂਕਿ ਸੱਭਿਆਚਾਰ ਉਹਨਾਂ 'ਚ ਵੀ ਵੱਸਦਾ। ਇਸ ਧਰਤੀ ਨੂੰ ਉਹਨਾਂ ਨੇ ਹੀ ਪੈਦਾ ਕੀਤਾ ਹੋਇਆ, ਉਹਨਾਂ ਨੂੰ
कोई साडी एडमिनिस्ट्रेशन का पार्ट आ, कोई साडी किसी पोलिटिकल राजसी धिर का पार्ट आ, कोई लोगों का पार्ट आ, कोई किसान आ, कोई शहरों च बैठा बंदा जिहड़ा आपदे आप नूं पंजाबी कहंदा, पंजाबी रूह आ, वो आपदी होंद की लड़ाई लड़ रहा। क्योंकि तुसीं ये 3 कानून देख लो, किसी साजिश के अधीन आ, और साजिश आ बहुत समय तो सरकारां एक भारती कौम सिरजण की साजिश कर रही हैं, जिथे एक होमोजीनियस इक्को तरह का समाज सिरजना चाहुंदियां। उत्थे तुहानूं आपदे आप नूं पंजाबी कहना उन्हां नूं मंजूर नहीं है। जे तुसीं पंजाबी बोली नूं आपदी मां बोली कहोगे उन्हां नूं मंजूर नहीं है। जे आपदे आप नूं प्रभाषित तुसीं कहोगे भी असीं विलखण आ, साडे इतिहास साडे फलसफे तो साडी जिहड़ी आइडेंटिटी उहदे नाल जुड़ी हुई आ, उन्हां नूं मंजूर नहीं आ, वो प्रभाषित भी तुहानूं आप करनगे। सो जदों सरकार इहो जिहियां साजिशां घड़दी आ, इहो जिहे कानून घड़दी आ भी साडे तो साडी धरती खोली, हुण जे साडे तो साडी धरती खोली, साडा सभ्याचार, साडे फलसफे, साडी सियासत, क्योंकि देखो ये गल कहनी बड़ी असी गैर जिम्मेदाराना गल हुंदी है भी सियासत नाल साडा कोई लिंक नहीं, पर हर रूह दा हर बंदे दा सियासत नाल बहुत बड़ा लिंक आ। जिथे धर्म आ उथे सियासत आ, धर्म बड़ा सियासत छोटी। सो सियासत भी साडी ले जाणगे नाल दी नाल। जदों साडे तो ये सब कुछ खुर गया फिर असीं कह लईए भी असीं बचांगे, पंजाबी बचांगे, साडे शहर या पिंड बच जाणगे, सब कुछ खुर जू, साडे पल्ले कुछ नहीं रहना। तुसीं तुर जाओ अमरीका कनेडा आस्ट्रेलिया नूं, पर अमरीका कनेडा आस्ट्रेलिया भी थोड़ी इज्जत तां ही करदा, थोड़े पिछे पंजाब थोड़े पिठ ते खड़दा, ते इह धरती थोड़ी आ। जे इत्थों पैर थोड़े इन्हां ने इत्थों पैर उखड़ गए तो सारी दुनिया च साडे किते पैर नहीं लगने। इह इतिहास च भी इहदियां साडे कोले बहुत वड्डियां उदाहरणां ते एग्जाम्पल्स पईआं। जदों होंद दी गल आउंदी आ फिर पिंडां शहरां ते किसी वर्गां ते गल सीमित नहीं रहिंदी। फिर जे असीं कहिए किसान जथेबंदियां, ਉਹ ਤਾਂ ਇੱਕ ਗੱਲ ਕਹਿੰਦੀਆਂ भी सिखां नूं तां असीं लंगर दी सेवा दित्ती है। जे सिखां नूं लंगर दी सेवा दित्ती आ, इस धरती ते जे कोई लड़ाई लड़ी जानी आ, ਉਹ ਅਸੀਂ ਕਹਿ ਦਈਏ सिख फलसफे तो या गुरु नानक साहब के फलसफे तो पासे होके लड़ लांगे, ਇਹ ਤਾਂ हो ही नहीं सकता ना। ਅਸੀਂ ਕਿਸੇ मार्क्सिस्ट ਜਿਹੜੀ विचारधारा ਜਿਹਨੂੰ कम्युनिज्म या किसी सोशलिज्म या नैशनलिज्म विचारधारा ਨੂੰ मुख रख के जे लड़ाई लड़ांगे तो ਉਹ ਤਾਂ इस धरती तो पैदा ही नहीं हुई। इस धरती ने ਜਿਹੜੀ विचारधारा ਨੂੰ इवॉल्व किया, हौली हौली असीं समझिया ਉਹ गुरु नानक साहब ਦੀਆਂ सिख फलसफा और सिख धर्म की गल नहीं मैं कर रहा, सिख फलसफे की सिख मॉडल की गल कर रहा। किवें आ धर्म नूं आपां एक बारी पासे रख दिंदे आ, सिख मॉडल की गल कर रहे हैं। किहड़ा मॉडल आ ਇਹ ਉਹ मॉडल आ जिथे असीं रोज सरबत दे भले दी अरदास करते हैं। नानक नाम चढ़दी कला तेरे भाणे सरबत दा भला। कोई होर कौम सरबत दे भले दी गल करदी होवे, किसी होर खित्ते च रोज सरबत दे भले दी गल हुंदी होवे, साडे जिथे अरदास होगी जदों गुरबाणी पढ़ी जाऊगी नाल ही सरबत दे भले दी अरदास होगी। उत्थे कोई दर्जा बदर्जी रह जांदी है? जमां ही नहीं। कोई ऊच नीच जात पात रह जांदी है? जमां ही नहीं। साडे लई ते जदों मांगी सरबत दा भला लिया, फिर जिहदे मर्जी नाल जुल्म हो रहा होवे, जबर हो रहा होवे, जिहदे ते असीं खड़े हो जाओगे। उत्थे जे असीं गल करदे हां तां मनुख नूं किवें देखिया जांदा? मानस की जात सभे एको पहचान बो। ਇਹਦਾ मतलब ਜਿਹੜਾ कोई अकाल पुरख आ, निरंकार आ, ਉਹ ਇੱਕ ਆ ਤੇ ਉਹਨੇ ਮਨੁੱਖਾਂ ਨੂੰ ਵੀ ਇੱਕ रूप 'ਚ पैदा ਕੀਤਾ ਗਿਆ, कोई दर्जा बदर्जी नहीं। सो एडा वड्डे फलसफे नूं छड्ड के, इस सिद्धांत नूं छड्ड के जे असीं कहांगे असीं लड़ाई लड़ लांगे, असीं नहीं लड़ सकते। सानूं नहीं पता वो किसी होर खित्ते चों, किसी होर धरती चों कम्युनिस्ट विचारधारा पैदा हुई है, किसी होर धरती चों नैशनलिज्म पैदा होया, किसी होर धरती चों सोशलिज्म पैदा होया। उहनूं पड़ेथन पड़ूथन ला के इत्थे असीं इस खित्ते च जे उहनूं अपलाई करांगे, वो नहीं हो सकता, असीं नहीं लड़ सकते। सानूं क्योंकि इतिहास नूं समझना भी बड़ा वड्डा गुण हुंदा और इहदे च असीं बहुत वड्डी उकाई कर जन्ने आ, कौमां उकाईयां कर जांदियां। इतिहास नूं समझना, ਉਹਦੇ एहसास हू बहू समझ लेने बहुत औखा। कोई बंदा, कोई शख्सियत इतिहास दी जे असीं कहिए भी उन्हें ऐ सोचा होना, इस शख्सियत ने मान लो
ਅਸੀਂ ਜੇ ਆਪਦੇ ਰਹਿਬਰਾਂ ਦੀ ਗੱਲ ਕਰੀਏ ਜਾਂ ਬਾਬਾ ਬੰਦਾ ਸਿੰਘ ਬਹਾਦਰ ਦੀ ਗੱਲ ਕਰੀਏ, ਉਹਨਾਂ ਨੂੰ ਅਸੀਂ ਸਮਝੀਏ ਵੀ ਜਦੋਂ ਉਹਨਾਂ ਨੇ ਸਰਹੰਦ ਤੇ ਹਮਲਾ ਕੀਤਾ ਉਹਨਾਂ ਦੇ ਦਿਮਾਗ 'ਚ ਕੀ ਚੱਲ ਰਿਹਾ ਹੋਊਗਾ, ਉਦੋਂ ਮੌਸਮ ਕੀ ਹੋਊਗਾ, ਉਹਨਾਂ ਦੇ ਆਸ-ਪਾਸ ਜਿਹੜੇ ਉਹਨਾਂ ਦੇ ਜਰਨੈਲ ਆ ਉਹ ਕੀ ਕਹਿੰਦੇ ਹੋਣਗੇ, ਜਾਂ ਉਸ ਵੇਲੇ ਸਾਰੀ ਰਾਜਸੀ ਜਿਹੜੀ ਇੱਕ ਬੰਤਰ ਆ ਤਾਣਾ ਬਾਣਾ ਉਹ ਕੀ ਹੋਊਗਾ, ਸੈਂਟਰ ਦਾ ਜਦੋਂ ਦਿੱਲੀ ਸਰਕਾਰ ਦਾ ਕੀ ਰੋਲ ਸੀ, ਸਰਹੰਦ ਸਰਕਾਰ ਦਾ ਕੀ ਰੋਲ ਆ, ਇਹਨੂੰ ਹੂਬਹੂ ਸਮਝ ਸਕਦੇ ਹਾਂ ਅਸੀਂ? ਨਹੀਂ ਸਮਝ ਸਕਦੇ। ਇੱਕ ਅਪਰੋਕਸੀਮੇਸ਼ਨ ਹੀ ਲਾਈ ਜਾ ਸਕਦੀ ਹੁੰਦੀ ਹੈ ਇਤਿਹਾਸ ਬਾਰੇ, ਇਤਿਹਾਸ ਦੀਆਂ ਸ਼ਖਸੀਅਤਾਂ ਬਾਰੇ ਇੱਕ ਅਪਰੋਕਸੀਮੇਸ਼ਨ ਲਾਈ ਜਾ ਸਕਦੀ ਹੁੰਦੀ ਆ। ਇਤਿਹਾਸ ਨੂੰ ਸਮਝਿਆ ਨਹੀਂ ਜਾ ਸਕਦਾ ਹੁੰਦਾ ਹੂਬਹੂ। ਜੇ ਅਸੀਂ ਕਹੀਏ ਸਾਨੂੰ ਸਟੀਕ ਗੱਲ ਪਤਾ ਇਤਿਹਾਸ ਦੀ, ਬਹੁਤ ਵੱਡਾ ਅਸੀਂ ਇਹਦੇ ਤੇ ਚਾਹੇ ਇਹਦੇ ਤੇ ਰਿਸਰਚ ਕਰ ਲਈਏ, ਉਸ ਤੋਂ ਬਾਅਦ ਵੀ ਸਟੀਕ ਗੱਲ ਤੇ ਨਹੀਂ ਆ ਸਕਦੇ। ਸੋ ਸਾਡਾ ਇਤਿਹਾਸ, ਫਿਰ ਅਗਲੀ ਗੱਲ ਆਪਦੇ ਇਤਿਹਾਸ ਨੂੰ ਸਮਝਣਾ ਫਿਰ ਥੋੜਾ ਜਿਹਾ ਸੌਖਾ ਹੁੰਦਾ, ਕਿਸੇ ਹੋਰ ਦੇ ਇਤਿਹਾਸ ਨੂੰ ਸਮਝਣਾ ਬਹੁਤ ਔਖਾ ਹੁੰਦਾ। ਹੁਣ ਜਿਹੜੇ ਬਾਕੀ ਫਲਸਫੇ ਆ ਕਿਸੇ ਹੋਰ ਇਤਿਹਾਸ ਚੋਂ ਪੈਦਾ ਹੋਏ ਆ, ਉਹਨੂੰ ਅਸੀਂ ਨਹੀਂ ਸਮਝ ਸਕਦੇ। ਸਾਡੀ ਮਾਨਸਿਕਤਾ ਵੱਖਰੀ ਆ, ਇੱਥੇ ਵਾਤਾਵਰਨ ਵੱਖਰਾ, ਅਸੀਂ ਬਿਹੇਵੀਅਰ ਤੌਰ ਤੇ ਵੱਖਰੇ ਵੱਖਰੇ, ਸਾਡੀ ਬੋਲੀ ਉਹਨਾਂ ਤੋਂ ਵੱਖਰੀ ਆ, ਸਾਡਾ ਪਹਿਰਾਵਾ ਖਾਣਾ ਪੀਣਾ ਸਭ ਵੱਖਰਾ। ਸੋ ਇਸ ਖਿੱਤੇ ਨੇ ਇਸ ਦੁਨੀਆ ਨੂੰ ਜਿਹੜਾ ਇਤਿਹਾਸ ਦਿੱਤਾ, ਉਹਦਾ ਫਲਸਫਾ ਕੀ ਆ? ਉਹਦਾ ਫਲਸਫਾ ਉਹੀ ਆ ਜਦੋਂ ਗੁਰੂ ਨਾਨਕ ਸਾਹਿਬ ਨੇ ਪਾਂਡੇ ਦੀ ਫੱਟੀ ਤੇ ਏਕਮਕਾਰ ਵਾਤਾ ਸੀ ਤੇ ਸਾਰੀਆਂ ਬਣੀਆਂ ਹੋਈਆਂ ਧਾਰਨਾਵਾਂ ਨੂੰ ਉਹਨਾਂ ਦਾ ਖੰਡਨ ਕੀਤਾ ਸੀ, ਉਹਨਾਂ ਸਿੱਧੇ ਤੌਰ ਤੇ ਵਿਰੋਧ ਕੀਤਾ ਸੀ। ਔਰ ਉਸ ਵੇਲੇ ਦੇਖੋ ਫਿਰ ਜਦੋਂ ਲੜਾਈ ਲੜੀ ਜਾਂਦੀ ਆ, ਲੜਾਈ ਹਥਿਆਰਬੰਦ ਸੰਘਰਸ਼ ਨਾਲ ਵੀ ਲੜੀ ਜਾਂਦੀ ਆ, ਸ਼ਾਂਤਮਈ ਨਾਲ ਵੀ ਲੜੀ ਜਾਂਦੀ ਆ। ਗੁਰੂ ਨਾਨਕ ਸਾਹਿਬ ਨੇ ਤਾਂ ਸਾਨੂੰ ਸਾਡੇ ਹੱਥਾਂ 'ਚ ਸ਼ਮਸ਼ੀਰਾਂ ਨਹੀਂ ਦਿੱਤੀਆਂ, ਸਾਡੇ ਹੱਥਾਂ 'ਚ ਤਲਵਾਰਾਂ ਨਹੀਂ ਦਿੱਤੀਆਂ। ਕਿਉਂ? ਕਿਉਂਕਿ ਉਦੋਂ ਤੱਕ ਰੂਹਾਂ ਸਿਰਜਣੀਆਂ ਸੀ ਉਹਨਾਂ ਨੇ, ਜਿਹੜੀਆਂ ਰੂਹਾਂ ਸਿਰਜੀਆਂ ਜਾਣ ਤੇ ਜਦੋਂ ਸਾਡੇ ਹੱਥ 'ਚ ਹਥਿਆਰ ਆਇਆ ਉਦੋਂ ਆ ਕੇ ਉਹਨਾਂ ਰਹਿਬਰਾਂ ਨੂੰ ਵਿਸ਼ਵਾਸ ਹੋ ਗਿਆ ਵੀ ਹੁਣ ਉਸ ਹਥਿਆਰ ਦੀ ਦੁਰਵਰਤੋਂ ਨਹੀਂ ਹੋਊਗੀ। ਉਹ ਹਥਿਆਰ ਕਿਸੇ ਜ਼ੁਲਮ ਤੇ ਜ਼ਬਰ ਨੂੰ ਟੱਕਰਾ ਕਰਨ ਵਾਸਤੇ ਹੀ ਚੱਕਿਆ ਜਾਊਗਾ, ਆਪਦੇ ਵਾਸਤੇ ਨਿੱਜ ਵਾਸਤੇ ਕਦੇ ਹਥਿਆਰ ਨਹੀਂ ਚੱਕਿਆ ਜਾਊਗਾ। ਸੋ ਉਸ ਰੂਹਾਂ ਸਿਰਜੀਆਂ ਗਈਆਂ ਜਿਨ੍ਹਾਂ ਨੇ ਲੋਕਾਂ ਵਾਸਤੇ ਲੜਾਈ ਲੜੀ, ਆਪਦੇ ਨਿੱਜ ਵਾਸਤੇ ਨਹੀਂ ਲੜੀ। ਕੌਮਾਂ, ਦੂਜੀਆਂ ਕੌਮਾਂ ਖਾਤਰ ਲੜਾਈਆਂ ਲੜੀਆਂ, ਆਪਦੇ ਖਾਤਰ ਨਹੀਂ ਲੜੀਆਂ। ਅਸੀਂ ਜਿੱਥੇ ਅੱਜ ਆ ਕੇ ਖੜ ਗਏ ਆ, ਇਹ ਬਹੁਤ ਵੱਡੀ ਸਾਡੀ ਉਪਲਬਧੀ ਆ। ਸਾਨੂੰ ਪਤਾ, ਸਾਨੂੰ ਵਾਇਲੈਂਸ ਵੱਲ ਸਰਕਾਰਾਂ ਧੱਕਦੀਆਂ। ਆ ਸਾਡੀ ਐਡਮਿਨਿਸਟ੍ਰੇਸ਼ਨ ਦੇ ਪੁਲਿਸ ਵਾਲੇ ਬਾਈ ਖੜੇ ਆ, ਇਹਨਾਂ ਨੂੰ ਪਤਾ ਵੀ ਸਰਕਾਰ ਵਾਇਲੈਂਸ ਵੱਲ ਧੱਕਦੀ ਆ। ਇਹ ਵੀ ਸਾਡੇ ਨਾਲ ਅੱਜ ਕਿਉਂ? ਇਹਨਾਂ ਨੂੰ ਪਤਾ ਵੀ ਪੰਜਾਬ ਦੇ ਲੋਕ ਇਸ ਟਾਈਮ ਇੰਨੇ ਜ਼ਿਆਦਾ ਸਿਆਣੇ ਆ, ਮਾੜੀ ਮੋਟੀ ਉਹਨਾਂ ਨੇ ਕਿਤੇ ਕੋਈ ਗੜਬੜ ਕਰਨੀ ਆ, ਅਸੀਂ ਉਦੋਂ ਹੀ ਕਹਿ ਦਿੰਦੇ ਆ ਸਾਨੂੰ ਇਹਨਾਂ ਨੇ ਵਾਇਲੈਂਸ ਵੱਲ ਧੱਕਣਾ, ਅਸੀਂ ਨਹੀਂ ਜਾਣਾ। ਅਸੀਂ ਸ਼ਾਂਤਮਈ ਢੰਗ ਨਾਲ ਇਹ ਸੰਘਰਸ਼ ਲੜਨਾ, ਪਰ ਸ਼ਾਂਤਮਈ ਢੰਗ 'ਚ ਆਪਦੀ ਆਵਾਜ਼ ਬੁਲੰਦ ਕਰਨੀ ਆ, ਕਿਉਂਕਿ ਸਾਡੀ ਸੋਚ ਤੋਂ ਬਾਹਲੇ ਡਰਦੇ ਆ। ਇਹ ਹਥਿਆਰ ਤੋਂ ਨਹੀਂ ਡਰਦੇ, ਸੋਚ ਤੋਂ ਡਰਦੇ ਆ। ਹਥਿਆਰ ਤਾਂ ਇਹਨਾਂ ਲਈ ਦੱਬਣਾ ਬਹੁਤ ਸੌਖਾ, ਜਦੋਂ ਮਰਜੀ ਐਡਾ ਵੱਡਾ ਸਟੇਟ, ਐਡੀ ਵੱਡੀ ਪਾਵਰ ਉਹਨਾਂ ਦੀ, ਐਡੀਆਂ ਵੱਡੀਆਂ ਉਹਨਾਂ ਦੇ ਇੰਸਟੀਚਿਊਟਸ, ਮਿਲਟਰੀ ਫੋਰਸ, ਪੈਰਾਮਿਲਟਰੀ ਫੋਰਸਸ, ਪੁਲਿਸ ਫੋਰਸ, ਉਹਦਾ 2 ਮਿੰਟ 'ਚ ਦੱਬ ਦੇਣਗੇ। ਪਰ ਸੋਚ ਨੂੰ ਦੱਬਣਾ ਬੜਾ ਔਖਾ, ਤੇ ਸੋਚ ਤੋਂ ਡਰਦੇ ਆ ਇਹ। ਜੇ ਨੈਪੋਲੀਅਨ ਨਹੀਂ ਰਿਹਾ, ਹਿਟਲਰ ਨਹੀਂ ਰਿਹਾ, ਅਬਦਾਲੀ ਵਰਗਿਆਂ ਨੂੰ ਦੱਬ ਲਿਆ ਸੀ, ਮੋਦੀ ਕੀ ਚੀਜ਼ ਆ? ਸੋ ਇਹ ਜਿਹੜੀ ਕੱਟੜਪੰਥੀ ਕਰ ਰਹੇ ਆ ਨਾ, ਇਹ ਆਪਦੀ ਪੁੱਠੀ ਗਿਣਤੀ ਸ਼ੁਰੂ ਕਰ ਲਈ ਹੈ ਇਹਨਾਂ ਨੇ। ਇਹ ਪੁੱਠੀ ਗਿਣਤੀ ਇਹਨਾਂ ਦੀ ਸ਼ੁਰੂ ਹੋ ਗਈ ਆ ਤੇ ਅਸੀਂ ਇੱਕ ਇਤਿਹਾਸ ਰਚਣ ਵਾਲੇ ਸੰਘਰਸ਼ 'ਚ ਆਪਦੀ ਸ਼ਮੂਲੀਅਤ ਦੇ ਰਹੇ ਹਾਂ। ਹੁਣ ਜਿਹੜੀਆਂ ਰੂਹਾਂ ਇਹਦੇ 'ਚ ਆਪਦੀ ਸ਼ਮੂਲੀਅਤ ਦੇ ਜਾਣਗੀਆਂ, ਉਹਨਾਂ ਦਾ ਨਾਂ ਇਤਿਹਾਸ 'ਚ ਲਿਖਿਆ ਜਾਊਗਾ। ਤੁਹਾਨੂੰ ਇਤਿਹਾਸ ਮੌਕਾ ਦੇ ਰਿਹਾ ਪੰਜਾਬ ਦੀ ਹੋਂਦ ਦੀ ਲੜਾਈ ਲੜਨ ਦਾ। ਸੋ ਮੇਰੀਆਂ ਇੰਨੀਆਂ ਕੁ ਬੇਨਤੀਆਂ ਸੀ। ਮੇਰੇ ਵੱਲੋਂ ਬਹੁਤ ਸਾਰਾ ਪਿਆਰ ਤੇ ਸਤਿਕਾਰ। ਜਿਉਂਦੇ ਵਸਦੇ ਰਹੋ। ਸਤਿ ਸ੍ਰੀ ਅਕਾਲ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।